हाँ जी सत श्री अकाल जी साਰਿਆਂ ਨੂੰ। ਸੋ ਪੰਜਾਬ ਮੇਡ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਆਪਾਂ ਗੱਲ ਕਰਾਂਗੇ ਭਾਸ਼ਾ ਦੀ ਖੋਜ ਕਿਵੇਂ ਹੋਈ ਸੀ। ਸੋ ਇਹ ਆਪਾਂ ਅੰਗਰੇਜ਼ੀ ਹਿੰਦੀ ਪੰਜਾਬੀ ਭਾਸ਼ਾ ਦੀ ਗੱਲ ਨਹੀਂ ਕਰ ਰਹੇ, ਇਹ ਉਸ ਸਮੇਂ ਦੀ ਗੱਲ ਕਰਨ ਜਾ ਰਹੇ ਹਾਂ ਜਦੋਂ ਇਨਸਾਨ ਨੇ ਪਹਿਲਾ ਅੱਖਰ ਲਿਖਣਾ ਸਿੱਖਿਆ ਸੀ। ਤੇ ਇਨਸਾਨ ਨੇ ਪਹਿਲਾ ਅੱਖਰ ਕੀ ਲਿਖਿਆ ਹੋਵੇਗਾ, ਇਸ ਬਾਰੇ ਬਹੁਤ ਸਾਰੀਆਂ ਕਹਾਣੀਆਂ ਨੇ, ਬਹੁਤ ਸਾਰੇ ਅਧਿਐਨ ਨੇ ਤੇ ਉਹਨਾਂ ਵਿੱਚੋਂ ਹੀ ਅੱਜ ਤੁਹਾਡੇ ਨਾਲ ਇੱਕ ਅਧਿਐਨ ਅਸੀਂ ਸ਼ੇਅਰ ਕਰਾਂਗੇ ਜੋ ਮੰਨਣਯੋਗ ਹੈ। ਪਰ ਪਹਿਲਾਂ ਆਪਾਂ ਇਹ ਗੱਲ ਕਰਦੇ ਹਾਂ ਕਿ ਇਹ ਸਾਰੀਆਂ ਭਾਸ਼ਾਵਾਂ ਤੋਂ ਪਹਿਲਾਂ, ਸੰਸਕ੍ਰਿਤ ਤੋਂ ਵੀ ਪਹਿਲਾਂ, ਮਤਲਬ ਕਹਿ ਲਓ ਕਿ ਜਦੋਂ ਇਨਸਾਨ ਨੂੰ ਖੇਤੀ ਕਰਨੀ ਵੀ ਨਹੀਂ ਆਉਂਦੀ ਸੀ ਉਸ ਤੋਂ ਵੀ ਪਹਿਲਾਂ ਦੀ ਗੱਲ ਕਰਦੇ ਹਾਂ। ਤੇ ਇਸ ਤੇ ਬਹੁਤ ਸਾਰੀਆਂ ਰਿਸਰਚਾਂ ਨੇ ਤੇ ਬਹੁਤ ਸਾਰੀਆਂ ਕਹਾਣੀਆਂ, ਪਰ ਭਾਸ਼ਾ ਹੋਂਦ ਵਿੱਚ ਕਿਵੇਂ ਆਈ ਇਸ ਦਾ ਅਸਲ ਠੋਸ ਸਬੂਤ ਕਿਸੇ ਕੋਲ ਵੀ ਨਹੀਂ ਹੈ। ਸੋ ਵੈਸੇ ਤਾਂ ਇਹ ਵਿਸ਼ੇ ਤੇ ਬਹੁਤ ਸਾਰੀਆਂ ਰਿਸਰਚਾਂ ਤੇ ਅਲੱਗ-ਅਲੱਗ ਲੋਕਾਂ ਨੇ ਅਧਿਐਨ ਕੀਤੇ ਨੇ ਤੇ ਉਹਨਾਂ ਵਿੱਚੋਂ ਹੀ ਇੱਕ ਤੁਹਾਡੇ ਨਾਲ ਅੱਜ ਅਸੀਂ ਸਾਂਝਾ ਕਰਾਂਗੇ ਜੋ ਕਿ ਮੰਨਣ ਦੇ ਯੋਗ ਹੈ। ਸੋ ਇਸ ਚੀਜ਼ ਨੂੰ ਸਮਝਣ ਲਈ ਤੁਹਾਨੂੰ ਜਾਣਾ ਪਵੇਗਾ ਹਜ਼ਾਰਾਂ ਸਾਲ ਪਿੱਛੇ ਇੱਕ ਕਬੀਲੇ ਦੇ ਵਿੱਚ। ਤੇ ਇਹ ਸ਼ਹਿਰਾਂ ਦੇ ਬਣਨ ਤੋਂ ਹਜ਼ਾਰਾਂ ਸਾਲ ਪਹਿਲਾਂ ਦੀ ਗੱਲ ਸੀ, ਇਹ ਪਿੰਡਾਂ ਦੇ ਬਣਨ ਤੋਂ ਵੀ ਸੈਂਕੜੇ ਸਾਲ ਪਹਿਲਾਂ ਦੀ ਗੱਲ ਸੀ। ਤੇ ਉਦੋਂ ਕੋਈ ਪਰਿਵਾਰ ਨਹੀਂ ਹੁੰਦੇ ਸੀ, ਉਦੋਂ ਬਸ ਕਬੀਲੇ ਹੁੰਦੇ ਸੀ। ਜਦੋਂ ਬੰਦੇ ਨੇ ਬੋਲਣ ਵਾਲੀ ਭਾਸ਼ਾ ਤਾਂ ਵਿਕਸਿਤ ਕਰ ਲਈ ਸੀ। ਵੈਸੇ ਸਭ ਤੋਂ ਪਹਿਲਾਂ ਇਨਸਾਨ ਇਸ਼ਾਰਿਆਂ ਨਾਲ ਸਮਝਾਉਂਦਾ ਸੀ, ਉਸ ਤੋਂ ਬਾਅਦ ਬੋਲ ਕੇ ਸਮਝਾਉਣ ਲੱਗਾ, ਪਰ ਲਿਖਣ ਵਾਲੀ ਕਲਾ ਹਲੇ ਨਹੀਂ ਹੁੰਦੀ ਸੀ, ਇਸ ਨੇ ਹਲੇ ਜਨਮ ਲੈਣਾ ਸੀ। ਤੇ ਇਸ ਸਮੇਂ ਇਨਸਾਨ ਸ਼ਿਕਾਰ ਕਰਕੇ ਤੇ ਕੁਦਰਤ ਤੋਂ ਪ੍ਰਾਪਤ ਹੋਇਆ ਭੋਜਨ ਅੱਗ ਤੇ ਪਕਾ ਕੇ ਖਾਣਾ ਸਿੱਖ ਗਿਆ ਸੀ। ਇਸ ਸਮੇਂ ਸਾਰਾ ਕਬੀਲਾ ਰੋਜ਼ ਸ਼ਿਕਾਰ ਜਾਂ ਬਨਸਪਤੀ ਭੋਜਨ ਦੀ ਤਲਾਸ਼ ਵਿੱਚ ਨਿਕਲਦਾ ਸੀ। ਤੇ ਇਸ ਸਮੇਂ ਜਦੋਂ ਸਾਰਿਆਂ ਨੇ ਇੱਕ ਦਿਨ ਸ਼ਿਕਾਰ ਤੇ ਜਾਣਾ ਸੀ ਤਾਂ ਉਹਨਾਂ ਵਿੱਚੋਂ ਇੱਕ ਇਨਸਾਨ ਬਿਮਾਰ ਹੋ ਗਿਆ ਤੇ ਉਸਨੇ ਕਿਹਾ ਕਿ ਮੈਂ ਅੱਜ ਬਿਮਾਰ ਹਾਂ, ਮੈਂ ਸ਼ਿਕਾਰ ਵਾਸਤੇ ਤੁਹਾਡੇ ਨਾਲ ਨਹੀਂ ਜਾ ਸਕਦਾ। ਤਾਂ ਕਬੀਲੇ ਦੇ ਬਾਕੀ ਬੰਦਿਆਂ ਨੇ ਕਿਹਾ ਕਿ ਤੂੰ ਅੱਜ ਆਰਾਮ ਕਰ, ਤੂੰ ਕੱਲ ਜ਼ਿਆਦਾ ਹੀ ਸ਼ਿਕਾਰ ਵਾਸਤੇ ਜ਼ੋਰ ਲਾ ਦਿੱਤਾ। ਤੇ ਕਬੀਲੇ ਦੇ ਸਰਦਾਰ ਨੇ ਉਸ ਨੂੰ ਪਏ ਰਹਿਣ ਦਾ ਇਸ਼ਾਰਾ ਕੀਤਾ। ਸੋ ਇਹ ਵਾਰਤਾਲਾਪ ਉਹਨਾਂ ਨੇ ਉਸ ਸਮੇਂ ਕਿਸੇ ਵੀ ਭਾਸ਼ਾ ਵਿੱਚ ਕੀਤੀ ਹੋਵੇਗੀ ਜੋ ਕਿ ਅਸੀਂ ਤੁਹਾਨੂੰ ਪੰਜਾਬੀ ਦੇ ਵਿੱਚ ਦੱਸ ਰਹੇ ਹਾਂ, ਬੇਸ਼ੱਕ ਇਸ਼ਾਰਿਆਂ ਨਾਲ ਹੀ ਕੀਤੀ ਹੋਵੇ। ਤੇ ਹੁਣ ਉਹ ਬਿਮਾਰ ਬੰਦਾ ਦੁਪਹਿਰ ਤੱਕ ਤੰਦਰੁਸਤ ਹੋ ਗਿਆ ਤੇ ਉਸਨੇ ਸੋਚਿਆ ਕਿਉਂ ਨਾ ਉਹ ਸ਼ਾਮ ਤੱਕ ਸਾਰੇ ਕਬੀਲੇ ਵਾਸਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰ ਦੇਵੇ। ਵੈਸੇ ਵੀ ਕਬੀਲੇ ਵਾਲੇ ਸ਼ਾਮ ਤੱਕ ਥੱਕ ਕੇ ਹੀ ਆਉਣਗੇ। ਤੇ ਜਿਸ ਤੋਂ ਬਾਅਦ ਉਹ ਥੋੜੀ ਦੂਰ ਵਗਦੇ ਦਰਿਆ ਵੱਲ ਉਸ ਸਮੇਂ ਦਾ ਬਣਿਆ ਬਰਤਨ ਜੋ ਮਿੱਟੀ ਜਾਂ ਚਮੜੇ ਦਾ ਹੋਵੇਗਾ ਉਸ ਨੂੰ ਚੁੱਕ ਕੇ ਤੁਰ ਪਿਆ। ਤੇ ਪਿੱਛੋਂ ਕਬੀਲੇ ਵਾਲੇ ਵਾਪਸ ਆ ਗਏ ਤੇ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਬਿਮਾਰ ਸਾਥੀ ਕਬੀਲੇ ਵਿੱਚ ਨਹੀਂ ਸੀ। ਤੇ ਉਹਨਾਂ ਨੇ ਸੋਚਿਆ ਕਿ ਸ਼ਾਇਦ ਉਸ ਨੂੰ ਕੋਈ ਜੰਗਲੀ ਜਾਨਵਰ ਚੱਕ ਕੇ ਲੈ ਗਿਆ ਹੋਵੇਗਾ ਤੇ ਉਹਨਾਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਪਰ ਉਹਨਾਂ ਨੂੰ ਉਹ ਕੁਝ ਦੂਰੀ ਤੇ ਹੀ ਪਾਣੀ ਲਈ ਆਉਂਦਾ ਮਿਲ ਗਿਆ। ਤੇ ਇਹ ਕਿਵੇਂ ਪਤਾ ਲੱਗੇ ਕਿ ਉਹ ਬਿਮਾਰ ਬੰਦੇ ਨੂੰ ਕੋਈ ਜਾਨਵਰ ਨਹੀਂ ਲੈ ਗਿਆ। ਪਰ ਹੁਣ ਉਹਨਾਂ ਕੋਲ ਇੱਕ ਸਵਾਲ ਪੈਦਾ ਹੋ ਗਿਆ ਸੀ ਕਿਉਂਕਿ ਉਹਨਾਂ ਦਾ ਕੋਈ ਆਪਣਾ ਪਹਿਲੀ ਵਾਰ ਉਹਨਾਂ ਤੋਂ ਅਲੱਗ ਹੋਇਆ ਸੀ। ਇਸ ਤੋਂ ਪਹਿਲਾਂ ਉਹ ਸਾਰੇ ਇਕੱਠੇ ਹੀ ਜਾਂਦੇ ਸੀ ਤੇ ਇਕੱਠੇ ਹੀ ਰੁਕਦੇ ਸੀ। ਤੇ ਉਹਨਾਂ ਕੋਲ ਸਵਾਲ ਇਹ ਸੀ ਕਿ ਜੇਕਰ ਕਿਸੇ ਨੂੰ ਕੋਈ ਸੱਚ ਵਿੱਚ ਜਾਨਵਰ ਲੈ ਜਾਵੇ ਤਾਂ ਕਿਵੇਂ ਪਤਾ ਲੱਗੇਗਾ, ਇਹ ਕਿਵੇਂ ਪਤਾ ਲੱਗੇ ਕਿ ਬਿਮਾਰ ਬੰਦੇ ਨੂੰ ਕੋਈ ਜਾਨਵਰ ਨਹੀਂ ਲੈ ਕੇ ਗਿਆ ਬਲਕਿ ਉਹ ਆਪਣੀ ਮਰਜ਼ੀ ਨਾਲ ਗਿਆ ਹੈ। ਤੇ ਸਰਦਾਰ ਨੇ ਉੱਥੇ ਸਾਰਿਆਂ ਤੋਂ ਪੁੱਛਿਆ ਤੇ ਬਹੁਤ ਸੋਚ ਵਿਚਾਰ ਕਰਕੇ ਉਹਨਾਂ ਵਿੱਚੋਂ ਇੱਕ ਵਿਅਕਤੀ ਨੇ ਉੱਥੇ ਬਣੀ ਗੁਫਾ ਦੀ ਦੀਵਾਰ ਤੇ ਖੜੇ ਬੰਦੇ ਦਾ ਨਿਸ਼ਾਨ ਬਣਾ ਦਿੱਤਾ, ਜਿਸ ਦਾ ਮਤਲਬ ਸੀ ਕਿ ਮੈਂ ਠੀਕ ਹਾਂ। ਮਤਲਬ ਪਿਆ ਬੰਦਾ ਉਸ ਸਮੇਂ ਬਿਮਾਰ ਹੀ ਹੁੰਦਾ ਸੀ ਤੇ ਖੜਾ ਬੰਦਾ ਠੀਕ, ਮੈਨੂੰ ਕਿਸੇ ਜਾਨਵਰ ਨੇ ਨਹੀਂ ਉਠਾਇਆ। ਤੇ ਇਹ ਅਧਿਐਨ ਕਹਿੰਦਾ ਹੈ ਕਿ ਇਸ ਤਰ੍ਹਾਂ ਬੰਦੇ ਨੇ ਪਹਿਲਾ ਅੱਖਰ ਲਿਖਣਾ ਸਿੱਖਿਆ। ਸੋ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਇੱਕ ਬਹੁਤ ਹੀ ਕਮਾਲ ਦੀ ਐਪ ਬਾਰੇ ਦੱਸ ਦਈਏ। ਸੋ ਜੇਕਰ ਤੁਸੀਂ ਆਨਲਾਈਨ ਸ਼ਾਪਿੰਗ ਕਰਦੇ ਹੋ ਜਿਵੇਂ ਕਿ Amazon, Flipkart, Myntra ਵਰਗੀਆਂ ਵੈਬਸਾਈਟਸ ਨੂੰ ਯੂਜ਼ ਕਰਦੇ ਹੋ ਤਾਂ ਤੁਹਾਨੂੰ ਕੈਸ਼ ਕਰੋ ਜ਼ਰੂਰ ਯੂਜ਼ ਕਰਨਾ ਚਾਹੀਦਾ ਹੈ ਕਿਉਂਕਿ ਕੈਸ਼ ਕਰੋ ਇੰਡੀਆ ਦਾ ਸਭ ਤੋਂ ਵੱਡਾ ਕੈਸ਼ਬੈਕ ਐਪ ਹੈ ਜੋ ਕਿ ਤੁਹਾਨੂੰ ਹਰ ਇੱਕ ਸ਼ਾਪਿੰਗ ਤੇ ਬਹੁਤ ਹੀ ਮੈਸਿਵ ਕੈਸ਼ਬੈਕ ਦਿੰਦਾ ਹੈ। ਤੇ ਇਹ ਪੈਂਡੇਮਿਕ ਵਿੱਚ ਤੁਹਾਡੇ ਕੈਸ਼ ਕਰੋ ਬਹੁਤ ਹੀ ਕੰਮ ਆ ਸਕਦਾ ਹੈ ਕਿਉਂਕਿ ਇਸ ਰਾਹੀਂ ਤੁਸੀਂ ਡੇਲੀ ਐਸੈਂਸ਼ੀਅਲ ਮੈਡੀਸਨ ਤੇ ਹੋਰ ਘਰੇਲੂ ਸਮਾਨ ਆਪਣੇ ਘਰੇ ਬੈਠੇ ਮੰਗਾ ਸਕਦੇ ਹੋ। ਤੇ ਇਸ ਦੇ ਨਾਲ ਤੁਹਾਨੂੰ ਹੋਰ ਵੀ ਬਹੁਤ ਵਧੀਆ ਕੈਸ਼ਬੈਕ ਆਫਰ ਮਿਲ ਜਾਣਗੇ। ਤੇ ਕੈਸ਼ ਕਰੋ ਨੂੰ ਯੂਜ਼ ਕਰਨ ਲਈ ਦੋ ਸਿੰਪਲ ਸਟੈਪ ਨੇ। ਸਭ ਤੋਂ ਪਹਿਲਾਂ ਤੁਸੀਂ ਸਾਡੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਲਿੰਕ ਰਾਹੀਂ ਡਾਊਨਲੋਡ ਕਰਕੇ ਇਸ ਨੂੰ ਸਾਈਨ ਅਪ ਕਰ ਦਿਓ ਤਾਂ ਤੁਹਾਨੂੰ 25 ਰੁਪਏ ਦਾ ਬੋਨਸ ਮਿਲਦਾ ਹੈ। ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਸਿੱਧਾ ਪਲੇ ਸਟੋਰ ਤੋਂ ਵੀ ਡਾਊਨਲੋਡ ਕਰਕੇ ਸਾਈਨ ਅਪ ਕਰ ਦਿਓ ਤਾਂ ਤੁਹਾਨੂੰ ਪੰਜਾਬ25 ਪ੍ਰੋਮੋ ਕੋਡ ਪਾਉਣਾ ਪਵੇਗਾ ਤਾਂ ਕਿ ਤੁਹਾਨੂੰ ਉੱਥੇ ਵੀ 25 ਰੁਪਏ ਦਾ ਬੋਨਸ ਮਿਲ ਸਕੇ। ਤੇ ਇਹ ਸਭ ਕਰਨ ਤੋਂ ਬਾਅਦ ਤੁਸੀਂ ਇਸ ਵਿੱਚ ਕੋਈ ਵੀ ਵੈਬਸਾਈਟ ਸਿਲੈਕਟ ਕਰੋ, ਜਿਵੇਂ ਕਿ ਮੈਂ Amazon ਸਿਲੈਕਟ ਕਰ ਰਿਹਾ ਤੇ ਔਰੇਂਜ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਸਿੱਧਾ ਉਸ ਵੈਬਸਾਈਟ ਤੇ ਪਹੁੰਚ ਜਾਵੋਗੇ। ਤੇ ਉਸ ਤੋਂ ਬਾਅਦ ਤੁਸੀਂ ਜਿੱਦਾਂ Amazon ਤੇ ਸ਼ਾਪਿੰਗ ਕਰਦੇ ਹੋ ਉਦਾਂ ਹੀ ਇੱਥੇ ਸ਼ਾਪਿੰਗ ਕਰਨੀ ਹੈ। ਤੇ ਪ੍ਰੋਡਕਟ ਦੀ ਪੇਮੈਂਟ ਕਰਨ ਤੋਂ ਬਾਅਦ ਤੁਸੀਂ ਕੈਸ਼ ਕਰੋ ਦੇ ਮਾਈ ਅਰਨਿੰਗ ਸੈਕਸ਼ਨ ਵਿੱਚ ਜਾ ਕੇ ਆਪਣਾ ਕੈਸ਼ਬੈਕ ਚੈੱਕ ਕਰ ਸਕਦੇ ਹੋ।
ਤੇ ਕੈਸ਼ਬੈਕ ਕਨਫਰਮ ਹੋਣ ਤੋਂ ਬਾਅਦ ਤੁਸੀਂ ਇਸ ਨੂੰ ਸਿੱਧਾ ਆਪਣੇ ਬੈਂਕ ਅਕਾਊਂਟ ਦੇ ਵਿੱਚ ਟ੍ਰਾਂਸਫਰ ਵੀ ਕਰ ਸਕਦੇ ਹੋ। ਸੋ ਇਹ ਐਪ ਨੂੰ ਡਾਊਨਲੋਡ ਕਰਨ ਲਈ ਤੁਹਾਨੂੰ ਇਸ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ। ਸੋ ਇੱਕ ਵਾਰੀ ਚੈੱਕ ਜ਼ਰੂਰ ਕਰਿਓ। ਸੋ ਲਾਸਟ ਵਿੱਚ ਤੁਹਾਨੂੰ ਦੱਸ ਦਈਏ ਕਿ Amazon ਪ੍ਰਾਈਮ ਡੇ ਸੇਲ ਸ਼ੁਰੂ ਹੋ ਰਹੀ ਹੈ 26 ਤੋਂ 27 ਜੁਲਾਈ ਤੱਕ ਤੇ ਇਸ ਵਿੱਚ ਤੁਹਾਨੂੰ 80% ਤੱਕ ਆਫ ਤੇ ਹੋਰ ਜ਼ਬਰਦਸਤ ਡੀਲਾਂ ਤੇ ਨਿਊ ਗੈਜਟ ਲਾਂਚਸ ਔਨ Amazon ਫॉर ਪ੍ਰਾਈਮ ਮੈਂਬਰਸ। ਸੋ ਕੈਸ਼ ਕਰੋ ਰਾਹੀਂ ਸ਼ਾਪਿੰਗ ਕਰਨਾ ਨਾ ਭੁੱਲਿਓ ਤੇ ਜ਼ਬਰਦਸਤ ਕੈਸ਼ਬੈਕ ਕਮਾਉਣਾ ਵੀ ਨਾ ਭੁੱਲਿਓ। ਤੇ ਦੂਜੇ ਦਿਨ ਫੇਰ ਉਸ ਵਿਅਕਤੀ ਦਾ ਬੁਖਾਰ ਦੁਪਹਿਰ ਤੱਕ ਉਤਰ ਗਿਆ ਤੇ ਉਸਨੇ ਅੱਜ ਹੋਰ ਬਿਹਤਰ ਮਹਿਸੂਸ ਕੀਤਾ ਤੇ ਉਸਨੇ ਸੋਚਿਆ ਕਿ ਕਿਉਂ ਨਾ ਮੈਂ ਅੱਜ ਹੋਰ ਥੋੜਾ ਵੱਡਾ ਕੰਮ ਕਰ ਦਵਾਂ ਕਬੀਲੇ ਵਾਲਿਆਂ ਵਾਸਤੇ। ਤੇ ਅੱਜ ਫਿਰ ਉਹ ਬਾਲਣ ਇਕੱਠਾ ਕਰਕੇ ਲਿਆਉਣ ਚਲੇ ਗਿਆ ਤੇ ਉਸਨੇ ਗੁਫਾ ਦੀ ਕੰਧ ਉੱਪਰ ਖੜੇ ਬੰਦੇ ਦਾ ਨਿਸ਼ਾਨ ਵੀ ਬਣਾਇਆ ਤੇ ਚੱਲ ਪਿਆ। ਤੇ ਪਿੱਛੋਂ ਜਦੋਂ ਕਬੀਲੇ ਵਾਲੇ ਆਏ ਤੇ ਉਹਨਾਂ ਨੇ ਉਹ ਨਿਸ਼ਾਨ ਪੜਿਆ ਤੇ ਉਹ ਬਹੁਤ ਖੁਸ਼ ਹੋਏ ਤੇ ਇਹ ਅਧਿਐਨ ਦੇ ਹਿਸਾਬ ਨਾਲ ਇਹ ਮਨੁੱਖੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਕੁਝ ਪੜਿਆ ਗਿਆ ਸੀ ਜੋ ਮਨੁੱਖ ਦਾ ਆਪਣਾ ਹੀ ਚਿੱਤਰ ਸੀ। ਸੋ ਸਾਰੇ ਕਬੀਲੇ ਵਾਲੇ ਦੀਵਾਰ ਵੱਲ ਝਾਕਦੇ ਹੋਏ ਆਦਮੀ, ਔਰਤਾਂ ਤੇ ਬੱਚੇ ਬੜਾ ਖੁਸ਼ ਹੋ ਰਹੇ ਸੀ ਤੇ ਉਹਨਾਂ ਸੋਚਿਆ ਕਿ ਉਹ ਪਾਣੀ ਲੈਣ ਗਿਆ ਹੋਵੇਗਾ ਤੇ ਇਹ ਸੋਚ ਕੇ ਉਹ ਬਾਲਣ ਲੈਣ ਚਲੇ ਗਏ ਤੇ ਕਾਫੀ ਦੇਰ ਬਾਅਦ ਉਹ ਉਹਨਾਂ ਨੂੰ ਬਾਲਣ ਲੈ ਕੇ ਆਉਂਦਾ ਮਿਲ ਗਿਆ ਤੇ ਕਬੀਲੇ ਨੇ ਫਿਰ ਉਸ ਸ਼ਾਮ ਬੈਠ ਕੇ ਹੋਰ ਨਿਸ਼ਾਨ ਬਣਾਏ। ਮਤਲਬ ਪਾਣੀ ਲੈਣ ਜਾਂਦੇ ਸਮੇਂ ਉਸ ਸਮੇਂ ਦਾ ਜੋ ਬਰਤਨ ਸੀ ਉਸ ਦੀ ਨਾਲ ਫੋਟੋ ਬਣਾਉਣੀ ਤੇ ਬਾਲਣ ਲੈਣ ਜਾਂਦੇ ਸਮੇਂ ਲੱਕੜਾਂ ਦੀ ਗਠੜੀ ਚੁੱਕੀ ਖੜਾ ਬੰਦਾ ਤੇ ਇਸ ਪ੍ਰਕਾਰ ਸ਼ੁਰੂ ਹੋਇਆ ਭਾਸ਼ਾ ਨੂੰ ਲਿਖਤੀ ਰੂਪ ਦੇਣ ਦਾ ਕਾਰਜ। ਮਤਲਬ ਕਿ ਹੌਲੀ-ਹੌਲੀ ਚੀਜ਼ਾਂ ਵੱਧਦੀਆਂ ਗਈਆਂ ਤੇ ਇੱਕੋ ਸਮੇਂ ਕਈ ਕੰਮ ਕਰਨ ਦੀ ਸਮਰੱਥਾ ਹੋਣ ਲੱਗੀ ਤਾਂ ਬਹੁਤ ਸਾਰੇ ਕੰਮਾਂ ਦੀਆਂ ਫੋਟੋਆਂ ਬਣਾਉਣੀਆਂ ਔਖੀਆਂ ਤੇ ਉਲਝਣਬਾਜ਼ੀ ਸੀ ਤੇ ਉਸ ਤੋਂ ਬਾਅਦ ਕਿਤੇ ਜਾ ਕੇ ਫਿਰ ਅੱਖਰਾਂ ਨੇ ਜਨਮ ਲਿਆ। ਸੋ ਇਸ ਪ੍ਰਕਾਰ ਸ਼ੁਰੂ ਹੋਇਆ ਸੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਦਾ ਕਾਰਜ। ਸੋ ਇਹ ਵਾਕਿਆ ਅਸੀਂ ਇੱਕ ਨਾਵਲ ਦੇ ਵਿੱਚ ਪੜ੍ਹਿਆ ਸੀ ਜੋ ਕਿ ਬਹੁਤ ਹੱਦ ਤੱਕ ਮੰਨਣਯੋਗ ਹੈ। ਸੋ ਤੁਹਾਨੂੰ ਕੀ ਲੱਗਦਾ ਕਿ ਇਨਸਾਨ ਨੇ ਸਭ ਤੋਂ ਪਹਿਲਾਂ ਕੀ ਪੜ੍ਹਿਆ ਹੋਵੇਗਾ? ਸੋ ਆਪਣੇ ਸੁਝਾਅ ਵੀ ਜ਼ਰੂਰ ਦਿਓ। ਭਵਿੱਖ ਦੀਆਂ ਕਿਤਾਬਾਂ ਦੀ ਨੀਂਹ, ਯੂਨੀਵਰਸਿਟੀਆਂ ਦੀ ਨੀਂਹ, ਮੋਬਾਈਲਾਂ, ਟ੍ਰੇਨਾਂ, ਜਹਾਜ਼ਾਂ ਦੀ ਨੀਂਹ। ਤੇ ਬੰਦਾ ਸੋਚਦਾ ਕਿ ਇਹ ਮੇਰੇ ਲਈ ਸਭ ਤੋਂ ਵੱਡੀਆਂ ਕਾਢਾਂ ਨੇ, ਪਰ ਸਭ ਤੋਂ ਵੱਡੀ ਕਾਢ ਤਾਂ ਬੰਦਾ ਭਾਸ਼ਾ ਦੀ ਕਾਢ ਕੱਢ ਕੇ ਕਰ ਚੁੱਕਾ ਸੀ। ਤੇ ਹੁਣ ਜਿੰਨੀਆਂ ਵੀ ਕਾਢਾਂ ਦੀ ਆਪਾਂ ਨੇ ਗੱਲ ਕੀਤੀ ਹੈ ਇਹ ਸਾਰੀਆਂ ਕਾਢਾਂ ਇਸ ਕਰਕੇ ਹੀ ਮੌਜੂਦ ਨੇ ਜੇਕਰ ਭਾਸ਼ਾ ਵਜੂਦ ਵਿੱਚ ਆਈ। ਤੇ ਹੁਣ ਸ਼ਾਇਦ ਬੰਦਾ ਉਦੋਂ ਸਭ ਤੋਂ ਵੱਡੀ ਕਾਢ ਕੱਢੇਗਾ ਜਦੋਂ ਇਹ ਬ੍ਰਹਿਮੰਡ ਦੇ ਬਣਨ ਤੇ ਇਸ ਦੇ ਭੇਤ ਨੂੰ ਸਮਝ ਲਵੇਗਾ। ਸੋ ਭਾਸ਼ਾ ਇੱਕ ਅਜਿਹੀ ਚੀਜ਼ ਹੈ ਜਿਸ ਦੇ ਨਾਲ ਅਸੀਂ ਹਰ ਚੀਜ਼ ਸਮਝਾ ਸਕਦੇ ਹਾਂ ਕਿਸੇ ਨੂੰ ਬਿਨਾਂ ਦੇਖੇ ਤੋਂ। ਸੋ ਭਾਸ਼ਾ ਨਾਲ ਇਨਸਾਨ ਨੇ ਬਹੁਤ ਵੱਡਾ ਕਮਿਊਨੀਕੇਸ਼ਨ ਪੈਦਾ ਕੀਤਾ ਹੈ। ਜਿਵੇਂ ਕਿ ਚਿੱਠੀਆਂ ਨੇ ਬਹੁਤ ਦਹਾਕੇ ਤੱਕ ਕੰਮ ਸਾਂਭ ਕੇ ਰੱਖਿਆ ਹੈ ਲੋਕਾਂ ਨੂੰ ਇੱਕ ਦੂਜੇ ਨਾਲ ਜੋੜਨ ਦਾ। ਤੇ ਹੁਣ ਆਪਾਂ ਗੱਲ ਕਰਦੇ ਹਾਂ ਜੋ ਆਪਣੀਆਂ ਅੱਜ ਕੱਲ੍ਹ ਵਰਤੀਆਂ ਜਾਣ ਵਾਲੀਆਂ ਭਾਸ਼ਾਵਾਂ ਨੇ ਤੇ ਇਹਨਾਂ ਲਈ ਤੁਹਾਨੂੰ ਆਉਣਾ ਪਵੇਗਾ ਦੁਬਾਰਾ 2021 ਦੇ ਵਿੱਚ। ਤੇ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਵਿੱਚ ਟੋਟਲ 22 ਭਾਸ਼ਾਵਾਂ ਨੇ ਪਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਨੇ, ਉਹਨਾਂ ਦਾ ਕੋਈ ਰਿਕਾਰਡ ਦਰਜ ਨਹੀਂ ਹੈ। ਅਫੀਸ਼ੀਅਲ ਤੌਰ ਤੇ 22 ਭਾਸ਼ਾ ਹੀ ਨੇ 22। ਤੇ ਭਾਰਤ ਦੀ ਸਭ ਤੋਂ ਪੁਰਾਣੀ ਭਾਸ਼ਾ ਸੰਸਕ੍ਰਿਤ ਮੰਨੀ ਜਾਂਦੀ ਹੈ। ਤੇ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ ਹਿੰਦੀ ਦਾ ਨਾਮ ਹਿੰਦੀ ਨਹੀਂ ਸੀ, ਇਸ ਦਾ ਨਾਮ ਅਪਭਰਮ ਸੀ। ਸੋ ਬੇਸ਼ੱਕ ਭਾਰਤ ਦੀ ਅਫੀਸ਼ੀਅਲ ਲੈਂਗੁਏਜ ਹਿੰਦੀ ਤੇ ਇੰਗਲਿਸ਼ ਹੈ ਪਰ ਕੋਈ ਵੀ ਰਾਸ਼ਟਰ ਭਾਸ਼ਾ ਨਹੀਂ ਹੈ। ਤੇ ਅੱਗੇ ਗੱਲ ਕਰਦੇ ਹਾਂ, ਬਹੁਤ ਸਾਰੇ ਬੰਦਿਆਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਸਾਡੀ ਮਾਂ ਬੋਲੀ ਖਤਮ ਹੋ ਰਹੀ ਹੈ, ਜੇਕਰ ਇਸ ਤਰ੍ਹਾਂ ਹੀ ਰਿਹਾ ਤਾਂ ਇਸ ਦੀ ਹੋਂਦ ਖਤਮ ਹੋ ਜਾਵੇਗੀ। ਸੋ ਇਹ ਡਰ ਸਿਰਫ ਇੱਕ ਲੈਂਗੁਏਜ ਵਾਲੇ ਨੂੰ ਨਹੀਂ ਬਲਕਿ ਸਾਰੀਆਂ ਭਾਸ਼ਾਵਾਂ ਵਾਲਿਆਂ ਨੂੰ ਹੁੰਦਾ ਹੈ। ਹਰ ਇੱਕ ਲੋਕਲ ਭਾਸ਼ਾਵਾਂ ਦੇ ਲੋਕਾਂ ਨੂੰ ਇਹੀ ਡਰ ਲੱਗਿਆ ਹੈ ਕਿ ਸਾਡੀ ਲੈਂਗੁਏਜ ਕਿਤੇ ਖਤਮ ਨਾ ਹੋ ਜਾਵੇ ਤੇ ਇਸ ਨੂੰ ਬਚਾਉਣ ਦੇ ਚੱਕਰ ਵਿੱਚ ਅਸੀਂ ਬਾਕੀ ਲੈਂਗੁਏਜਾਂ ਦਾ ਵਿਰੋਧ ਕਰਦੇ ਹਾਂ ਜੋ ਕਿ ਆਪਣੀ ਭਾਸ਼ਾ ਨੂੰ ਡੋਬਣ ਦਾ ਹੋਰ ਬਹੁਤ ਵੱਡਾ ਕਾਰਨ ਹੈ। ਤੇ ਬਹੁਤ ਸਾਰੇ ਲੋਕਾਂ ਨੂੰ ਦੂਜੀ ਭਾਸ਼ਾ ਤੋਂ ਬਹੁਤ ਪ੍ਰੋਬਲਮ ਹੁੰਦੀ ਹੈ ਤੇ ਉਹ ਚਾਹੁੰਦੇ ਨੇ ਕਿ ਦੂਜੀ ਭਾਸ਼ਾ ਨੂੰ ਬੰਦ ਕਰਕੇ ਸਾਡੀ ਭਾਸ਼ਾ ਉੱਤੇ ਆਵੇ, ਜਦ ਕਿ ਇਸ ਤਰ੍ਹਾਂ ਕਦੇ ਵੀ ਆਪਣੀ ਭਾਸ਼ਾ ਉੱਤੇ ਨਹੀਂ ਆ ਸਕਦੀ ਬਲਕਿ ਵੱਖ-ਵੱਖ ਲੈਂਗੁਏਜਾਂ ਨੂੰ ਸਿੱਖ ਕੇ ਅਸੀਂ ਉਹਨਾਂ ਦੇਸ਼ਾਂ ਵਿੱਚ ਜਾ ਕੇ ਆਪਣੀ ਭਾਸ਼ਾ ਦਾ ਪੱਧਰ ਹੋਰ ਉੱਚਾ ਕਰ ਸਕਦੇ ਹਾਂ। ਜੇਕਰ ਸਾਨੂੰ ਸਮਝਾਉਣਾ ਹੀ ਨਹੀਂ ਆਵੇਗਾ ਕਿ ਸਾਡੀ ਭਾਸ਼ਾ ਕਿਹੜੀ ਹੈ ਤੇ ਕਿਵੇਂ ਦਾ ਸਾਡਾ ਕਲਚਰ ਹੈ ਤਾਂ ਅਸੀਂ ਆਪਣੀ ਭਾਸ਼ਾ ਨੂੰ ਸਿਰਫ ਆਪਣੇ ਤੱਕ ਹੀ ਸੀਮਿਤ ਰੱਖ ਰਹੇ ਹਾਂ। ਤੇ ਤੁਸੀਂ ਇਹ ਬਾਤ ਨਾਲ ਸਮਝ ਸਕਦੇ ਹੋ ਕਿ ਬਾਬੇ ਨਾਨਕ ਨੇ ਕਿਹਾ ਸੀ ਕਿ ਬਸੇ ਰਹੋ ਤੇ ਉੱਜੜ ਜਾਓ। ਤੇ ਉੱਜੜ ਜਾਓ ਉਹਨਾਂ ਨੂੰ ਕਿਹਾ ਸੀ ਜੋ ਬਹੁਤ ਚੰਗੇ ਤੇ ਪਿਆਰ ਮੁਹੱਬਤ ਵਾਲੇ ਲੋਕ ਸੀ। ਮਤਲਬ ਜੇਕਰ ਉਹ ਉੱਜੜਨਗੇ ਤਾਂ ਉਹ ਬਾਹਰ ਜਾ ਕੇ ਵੀ ਉਹੀ ਕੁਝ ਫੈਲਾਉਣਗੇ ਜਿਵੇਂ ਦੇ ਉਹ ਹੈ ਨੇ। ਪਰ ਬਸੇ ਰਹੋ ਉਹਨਾਂ ਨੂੰ ਕਿਹਾ ਸੀ ਜੋ ਨਫ਼ਰਤ ਵਾਲੇ ਸੀ ਕਿ ਜੇਕਰ ਇਹ ਬਾਹਰ ਜਾਣਗੇ ਤਾਂ ਇਹ ਨਫ਼ਰਤ ਹੀ ਫੈਲਾਉਣਗੇ, ਇਹਨਾਂ ਨੂੰ ਇੱਥੇ ਹੀ ਬਸੇ ਰਹਿਣ ਦਿਓ। ਸੋ ਬਹੁਤ ਸਾਰੇ ਲੋਕਾਂ ਨੂੰ ਅੰਗਰੇਜ਼ੀ ਤੋਂ ਬਹੁਤ ਜ਼ਿਆਦਾ ਨਫ਼ਰਤ ਹੁੰਦੀ ਹੈ, ਜਦ ਕਿ ਸਾਨੂੰ ਅੰਗਰੇਜ਼ੀ ਨੂੰ ਇੱਕ ਭਾਸ਼ਾ ਦੇ ਤੌਰ ਤੇ ਨਹੀਂ ਦੇਖਣਾ ਚਾਹੀਦਾ। ਇਹ ਇੱਕ ਸਕਿੱਲ ਹੈ ਕਿਉਂਕਿ ਇਹ ਹਰ ਇੱਕ ਚੀਜ਼ ਦੀ ਲੈਂਗੁਏਜ ਹੈ। ਇਹ ਨਵੀਆਂ ਤਕਨੀਕਾਂ ਦੀ, ਇੰਟਰਨੈਟ ਦੀ, ਕੰਪਿਊਟਰ ਦੀ, ਹਰ ਕਿਸੇ ਦੀ ਭਾਸ਼ਾ ਇੰਗਲਿਸ਼ ਹੈ। ਸੋ ਇਸ ਦੇ ਰਾਹੀਂ ਅਸੀਂ ਪੂਰੀ ਦੁਨੀਆ ਦੇ ਨਾਲ ਜੁੜ ਸਕਦੇ ਹਾਂ ਕਿਉਂਕਿ ਹਰ ਇੱਕ ਦੇਸ਼ ਵਿੱਚ ਕਿਸੇ ਨਾ ਕਿਸੇ ਨੂੰ ਇਹ ਭਾਸ਼ਾ ਤਾਂ ਜ਼ਰੂਰ ਆਉਂਦੀ ਹੋਵੇਗੀ। ਕੁੱਲ ਮਿਲਾ ਕੇ ਇਸ ਦਾ ਦਾਇਰਾ ਬਹੁਤ ਵੱਡਾ ਹੈ। ਕਹਿਣ ਦਾ ਭਾਵ ਇਹ ਹੈ ਕਿ ਜੇਕਰ ਅਸੀਂ ਇੰਗਲਿਸ਼ ਸਿੱਖਦੇ ਹੀ ਨਾ ਤਾਂ ਅੱਜ ਅਸੀਂ ਕੈਨੇਡਾ ਦੇ ਵਿੱਚ ਵੱਡੀਆਂ
ਪੋਸਟਾਂ ਤੇ ਨਾ ਹੁੰਦੇ ਤੇ ਬਹੁਤ ਸਾਰੇ ਦੇਸ਼ਾਂ ਵਿੱਚ ਗੋਰੇ ਤੇ ਹੋਰ ਕਲਚਰਸ ਵਾਲੇ ਸਿੱਖੀਜ਼ਮ ਨੂੰ ਜੁਆਇਨ ਨਾ ਕਰਦੇ, ਕਿਉਂਕਿ ਜੇਕਰ ਅਸੀਂ ਉਹਨਾਂ ਦੀ ਪਹਿਲਾਂ ਲੈਂਗੁਏਜ ਸਮਝਦੇ ਹੀ ਨਾ ਤਾਂ ਅਸੀਂ ਉਹਨਾਂ ਨੂੰ ਕਿਵੇਂ ਦੱਸ ਸਕਦੇ ਸੀ ਕਿ ਸਾਡਾ ਕਲਚਰ ਕੀ ਹੈ। ਸੋ ਇਸ ਕਰਕੇ ਸਾਨੂੰ ਆਪਣੀ ਭਾਸ਼ਾ ਨੂੰ ਉੱਤੇ ਲਿਜਾਣ ਲਈ ਪਹਿਲਾਂ ਦੂਜੀਆਂ ਭਾਸ਼ਾਵਾਂ ਨੂੰ ਸਿੱਖਣਾ ਪਵੇਗਾ, ਨਾ ਕਿ ਵਿਰੋਧ ਕਰਨਾ ਪਵੇਗਾ। ਸੋ ਕਹਿਣ ਦਾ ਭਾਵ ਇਹ ਹੈ ਕਿ ਸਾਨੂੰ ਹਰ ਇੱਕ ਬੰਦੇ ਨਾਲ ਕਮਿਊਨੀਕੇਸ਼ਨ ਕਰਨਾ ਆਉਣਾ ਚਾਹੀਦਾ, ਬੇਸ਼ੱਕ ਉਹ ਕਿਸੇ ਵੀ ਭਾਸ਼ਾ ਵਿੱਚ ਹੋਵੇ। ਜਿਵੇਂ ਕਿ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਕਹਿੰਦੇ ਨੇ ਕਿ ਬੇਸ਼ੱਕ ਉਹ ਖਿਚੜੀ ਭਾਸ਼ਾ ਹੀ ਹੋਵੇ। ਸੋ ਕਮਿਊਨੀਕੇਸ਼ਨ ਜੇਕਰ ਸਾਨੂੰ ਕਰਨਾ ਆ ਗਿਆ ਤਾਂ ਅਸੀਂ ਆਪਣੀ ਗੱਲ ਸਮਝਾ ਸਕਦੇ ਹਾਂ। ਸੋ ਇੱਥੇ ਉਹ ਇੱਕ ਵਾਕਿਆ ਸ਼ੇਅਰ ਕਰਦੇ ਨੇ ਕਿ ਕੈਨੇਡਾ ਦੇ ਵਿੱਚ ਇੱਕ ਬੰਦੇ ਨੇ ਗੱਡੀ ਦੀ ਟਿਕਟ ਲਈ ਤੇ ਗੱਡੀ ਨਿਕਲ ਗਈ ਤੇ ਹੁਣ ਉਹ ਆਪਣੀ ਟਿਕਟ ਵਾਪਸ ਕਰਨਾ ਚਾਹੁੰਦਾ ਸੀ ਤੇ ਉਹ ਬੰਦਾ ਇੱਧਰੋਂ ਪੜ੍ਹ ਕੇ ਗਿਆ ਸੀ ਅੰਗਰੇਜ਼ੀ ਦੀ ਭਾਸ਼ਾ ਪੂਰੀ ਗ੍ਰਾਮਰ ਦੇ ਨਾਲ ਤੇ ਉਸਨੇ ਉੱਥੇ ਜਾ ਕੇ ਉਹ ਉਸੇ ਤਰ੍ਹਾਂ ਬੋਲਣੀ ਸ਼ੁਰੂ ਕਰ ਦਿੱਤੀ ਤੇ ਉਹਨੇ ਜਾ ਕੇ ਫਿਰ ਕਿਹਾ ਆਈ ਵਾਟ ਦਾ ਟਿਕਟ ਬਟ ਦਾ ਟ੍ਰੇਨ ਹੈਡ ਲੈਫਟ ਦੇਅਰਫੋਰ ਆਈ ਕੁਡ ਨਾਟ ਕੈਚ ਦਾ ਟ੍ਰੇਨ I want to return the ticket. I want to get the money back. ਤੇ ਅੱਗੇ ਬੈਠੇ ਬੰਦੇ ਨੂੰ ਕੁਝ ਵੀ ਸਮਝ ਨਹੀਂ ਆਇਆ ਤੇ ਇੱਧਰ ਫਿਰ ਆਪਣੇ ਵਾਲਾ ਸੋਚ ਰਿਹਾ ਸੀ ਕਿ ਮੈਂ ਸਾਰੀ ਗ੍ਰਾਮਰ ਲਾਤੀ, ਇਹਨੂੰ ਫਿਰ ਵੀ ਕਿਉਂ ਨਹੀਂ ਸਮਝ ਆ ਰਿਹਾ। ਤੇ ਉੱਥੇ ਨਾਲ ਇੱਕ ਹੋਰ ਬੰਦਾ ਖੜਾ ਸੀ, ਉਹ ਕਹਿੰਦਾ ਭਾਊ ਇਹ ਸਮਝ ਨਹੀਂ ਰਿਹਾ, ਇਹਨੂੰ ਮੈਂ ਸਮਝਾਉਣਾ ਹੈ। ਤੇ ਉਹਨੇ ਉਸ ਨੂੰ ਕਿਹਾ ਕਿ ਟਿਕਟ ਬੈਕ ਮਨੀ ਬੈਕ। ਸੋ ਉਹ ਬੰਦਾ ਸਮਝ ਗਿਆ। ਸੋ ਗੱਲ ਸਾਰੀ ਕਮਿਊਨੀਕੇਸ਼ਨ ਦੀ ਹੈ, ਬੇਸ਼ੱਕ ਉਹ ਕਿਸੇ ਵੀ ਤਰੀਕੇ ਨਾਲ ਕੀਤੀ ਜਾਵੇ, ਬੰਦੇ ਨੂੰ ਸਮਝ ਆਉਣਾ ਚਾਹੀਦਾ ਹੈ। ਸੋ ਗੱਲ ਕਨਵੇ ਕਰਨੀ ਸੀ, ਉਹ ਉਸਨੇ ਕਰ ਦਿੱਤੀ। ਤੇ ਉਹ ਇਹ ਵੀ ਦੱਸਦੇ ਨੇ ਕਿ ਇੱਕ ਔਰਤ ਦੂਜੀ ਅਨਪੜ੍ਹ ਔਰਤ ਨੂੰ ਇਸ ਤਰ੍ਹਾਂ ਦੱਸਦੀ ਹੈ ਕਿ ਤੂੰ ਇੱਕ ਡੰਡੇ ਤੇ ਦੋ ਖੂਹੀਆਂ ਵਾਲੀ ਬੱਸ ਫੜਨੀ ਹੈ, ਮਤਲਬ ਕਿ 18 ਨੰਬਰ ਬੱਸ। ਕਹਿਣ ਦਾ ਭਾਵ ਇਹ ਹੈ ਕਿ ਅੰਗਰੇਜ਼ੀ ਦੇ ਵਿੱਚ ਕੱਲੀ ABC ਨਹੀਂ ਹੈ, ਇਸ ਦੇ ਵਿੱਚ ਟੈਕਨੋਲੋਜੀ ਹੈ, ਇਸ ਦੇ ਵਿੱਚ ਲਾਅ ਹੈ, ਇਸ ਦੇ ਵਿੱਚ ਮੈਡੀਸਨ ਹੈ, ਅੰਗਰੇਜ਼ੀ ਦੇ ਵਿੱਚ ਇੰਜੀਨੀਅਰਿੰਗ ਹੈ ਤੇ ਅੰਗਰੇਜ਼ੀ ਵਿੱਚ ਸਭ ਤੋਂ ਵੱਡਾ ਵਪਾਰ ਹੈ। ਕਹਿਣ ਦਾ ਭਾਵ ਹੈ ਕਿ ਇਸ ਦੇ ਵਿੱਚ ਬਹੁਤ ਸਾਰੇ ਰੋਜ਼ਗਾਰ ਨੇ। ਤੇ ਜਿਹੜੀ ਭਾਸ਼ਾ ਸਾਡੇ ਰੋਜ਼ਗਾਰ ਨਾਲ ਸੰਬੰਧਿਤ ਨਹੀਂ ਰਹੇਗੀ ਉਹ ਭਾਸ਼ਾ ਘਟਦੀ ਹੀ ਜਾਵੇਗੀ, ਬੇਸ਼ੱਕ ਉਹ ਪੰਜਾਬੀ ਹੋਵੇ, ਹਿੰਦੀ ਹੋਵੇ ਜਾਂ ਕੋਈ ਵੀ ਹੋਵੇ। ਸੋ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾ ਰਹੇ ਹਾਂ ਤੇ ਫਿਰ ਅਸੀਂ ਕਹਿੰਦੇ ਹਾਂ ਕਿ ਪੰਜਾਬੀ ਖਤਮ ਹੋ ਰਹੀ ਹੈ, ਕਿਉਂਕਿ ਸਾਨੂੰ ਪਤਾ ਹੈ ਕਿ ਸਾਡੇ ਬੱਚਿਆਂ ਨੂੰ ਪੰਜਾਬੀ ਵਿੱਚ ਰੋਜ਼ਗਾਰ ਨਹੀਂ ਮਿਲਣੇ, ਅੰਗਰੇਜ਼ੀ ਦੇ ਵਿੱਚ ਮਿਲਣੇ ਨੇ। ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਮੂੰਹ ਨਹੀਂ ਫੇਰਨਾ ਚਾਹੀਦਾ। ਬੱਚਿਆਂ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਪੜ੍ਹਾ ਰਹੇ ਹਾਂ, ਮੋਬਾਈਲ ਫੋਨ ਅਸੀਂ ਅੰਗਰੇਜ਼ੀ ਦੇ ਵਿੱਚ ਚਲਾ ਰਹੇ ਹਾਂ ਤੇ ਫਿਰ ਅਸੀਂ ਅੰਗਰੇਜ਼ੀ ਦਾ ਹੀ ਵਿਰੋਧ ਕਰਦੇ ਹਾਂ। ਤੇ ਹੁਣ ਬਹੁਤ ਸਾਰੇ ਲੋਕਾਂ ਦਾ ਸੋਚਣਾ ਹੈ ਕਿ ਮਾਤ ਭਾਸ਼ਾ ਵਿੱਚ ਸਿੱਖਿਆ ਦੇਣੀ ਚਾਹੀਦੀ ਹੈ। ਸੋ ਕਹਿਣ ਦਾ ਭਾਵ ਇਹ ਆ ਕਿ ਜੇਕਰ ਹੁਣ ਬੰਦਾ ਪੰਜਾਬੀ ਵਿੱਚ ਇੰਜੀਨੀਅਰ ਬਣ ਵੀ ਜਾਂਦਾ ਹੈ ਤਾਂ ਉਹ ਇੰਜੀਨੀਅਰ ਲੱਗੇਗਾ ਕਿੱਥੇ? ਪੰਜਾਬ ਵਿੱਚ। ਪੰਜਾਬ ਵਿੱਚ ਤਾਂ ਪਹਿਲਾਂ ਹੀ ਨੌਕਰੀਆਂ ਦੀ ਘਾਟ ਹੈ ਤੇ ਇਸ ਤੋਂ ਇਲਾਵਾ ਉਹ ਹੋਰ ਕਿਤੇ ਨੌਕਰੀ ਲੱਗ ਨਹੀਂ ਸਕਦਾ, ਉਸ ਨੂੰ ਹੋਰ ਕਿਤੇ ਨੌਕਰੀ ਮਿਲਣੀ ਨਹੀਂ। ਸੋ ਜੇਕਰ ਉਹ ਇੰਗਲਿਸ਼ ਦੇ ਵਿੱਚ ਬਣਿਆ ਹੁੰਦਾ ਤਾਂ ਉਹ ਪੂਰੇ ਵਰਲਡ ਵਿੱਚ ਕਿਤੇ ਵੀ ਜਾ ਕੇ ਕੰਮ ਕਰ ਸਕਦਾ ਹੈ ਤੇ ਆਪਣਾ ਹੁਨਰ ਦਿਖਾ ਸਕਦਾ ਹੈ। ਤੇ ਇੱਥੇ ਇਹ ਵੀ ਕਹਿਣ ਦਾ ਮਤਲਬ ਨਹੀਂ ਕਿ ਪੰਜਾਬੀ ਭਾਸ਼ਾ ਨੂੰ ਕੋਈ ਖਤਰਾ ਹੈ। ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਸੱਭਿਆਚਾਰ ਦੇ ਤੌਰ ਤੇ ਪੰਜਾਬੀ ਭਾਸ਼ਾ ਹੀ ਬੋਲੀ ਜਾਵੇਗੀ, ਵਿਆਹ ਸ਼ਾਦੀਆਂ ਦੇ ਵਿੱਚ ਪੰਜਾਬੀ ਭਾਸ਼ਾ ਬੋਲੀ ਜਾਵੇਗੀ, ਆਪਣੇ ਘਰਾਂ ਦੇ ਵਿੱਚ ਪੰਜਾਬੀ ਬੋਲੀ ਜਾਵੇਗੀ ਜਿੱਦਾਂ ਬੋਲੀ ਜਾਂਦੀ ਹੈ ਆਉਣ ਵਾਲੇ ਸਮੇਂ ਵਿੱਚ ਵੀ। ਪਰ ਰੋਜ਼ਗਾਰ ਲਈ ਸਾਨੂੰ ਅਲੱਗ-ਅਲੱਗ ਭਾਸ਼ਾਵਾਂ ਸਿੱਖਣੀਆਂ ਪੈਣਗੀਆਂ ਹੀ। ਭਾਵ ਜਿਵੇਂ ਕਿ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਇੱਕ ਇਹ ਵੀ ਮਤਾ ਸੀ ਕਿ ਸਾਡਾ ਵਪਾਰ ਬਾਹਰਲੀਆਂ ਕੰਟਰੀਆਂ ਨਾਲ ਸਿੱਧਾ ਹੋਵੇ, ਸੈਂਟਰ ਦਾ ਕੋਈ ਲੈਣਾ ਦੇਣਾ ਨਾ ਹੋਵੇ। ਸੋ ਇਹ ਵਪਾਰ ਕਿਉਂ ਕਰਨਾ ਸੀ? ਕਿਉਂਕਿ ਉਹ ਲੋਕ ਸਾਨੂੰ ਵੱਧ ਰੇਟ ਦੇ ਰਹੇ ਨੇ। ਸੋ ਇੱਥੇ ਵੀ ਸਾਨੂੰ ਉਹਨਾਂ ਨਾਲ ਵਪਾਰ ਕਰਨ ਲਈ ਕਮਿਊਨੀਕੇਸ਼ਨ ਤਾਂ ਕਰਨਾ ਹੀ ਪਵੇਗਾ, ਪੰਜਾਬੀ ਦੇ ਵਿੱਚ ਤਾਂ ਗੱਲ ਕਰਨੋਂ ਰਹੇ। ਕਹਿਣ ਦਾ ਮਤਲਬ ਕਿ ਰੋਜ਼ਗਾਰ ਲਈ ਸਾਨੂੰ ਇਹਨਾਂ ਭਾਸ਼ਾਵਾਂ ਦੇ ਵਿੱਚ ਆਉਣਾ ਜ਼ਰੂਰ ਪਵੇਗਾ। ਸੋ ਸਾਨੂੰ ਇਸ ਚੀਜ਼ ਤੋਂ ਘਬਰਾਉਣ ਦੀ ਲੋੜ ਨਹੀਂ ਕਿ ਭਾਸ਼ਾ ਦੀ ਹੋਂਦ ਖਤਮ ਹੋ ਜਾਵੇਗੀ। ਸਭ ਤੋਂ ਪਹਿਲਾਂ ਇਹ ਜਾਣ ਲੈਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਰਨ ਹਜੇ ਤੱਕ ਬਚੀ ਹੋਈ ਹੈ ਤੇ ਅੱਗੇ ਵੀ ਬਚੀ ਰਹੇਗੀ। ਸੋ ਕੁੱਲ ਮਿਲਾ ਕੇ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਇਹ ਸਮਝ ਲੈਣਾ ਚਾਹੀਦਾ ਕਿ ਜਦੋਂ ਤੱਕ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਉਦੋਂ ਤੱਕ ਪੰਜਾਬੀ ਜਿਉਂਦੀ ਰਹੇਗੀ। ਸੋ ਉਹ ਗੱਲ ਵੱਖਰੀ ਹੈ ਕਿ ਰੋਜ਼ਗਾਰ ਦੀਆਂ ਭਾਸ਼ਾ ਹੋਰ ਵੀ ਐਡ ਹੋਣਗੀਆਂ, ਪਰ ਸਾਡੇ ਘਰਾਂ ਦੇ ਵਿੱਚ ਭਾਸ਼ਾ ਪੰਜਾਬੀ ਹੀ ਬੋਲੀ ਜਾਵੇਗੀ। ਪਰ ਪੰਜਾਬੀ ਲੋਕਾਂ ਦੇ ਘਰਾਂ ਪੰਜਾਬੀ ਹੀ ਬੋਲੀ ਜਾਵੇਗੀ ਤੇ ਹਿੰਦੀ ਬੋਲਣ ਵਾਲਿਆਂ ਦੇ ਘਰਾਂ ਵਿੱਚ ਹਿੰਦੀ ਹੀ ਬੋਲੀ ਜਾਵੇਗੀ, ਗੁਜਰਾਤੀ ਵਾਲਿਆਂ ਦੇ ਗੁਜਰਾਤੀ ਬੋਲੀ ਜਾਵੇਗੀ। ਸੋ ਕਹਿਣ ਦਾ ਭਾਵ ਕਿ ਹਰ ਬੰਦਾ ਆਪਣੀ ਮਾਂ ਬੋਲੀ ਵਿੱਚ ਹੀ ਗੱਲ ਕਰਦਾ ਹੈ ਆਪਣੇ ਘਰਾਂ ਦੇ ਵਿੱਚ, ਬੇਸ਼ੱਕ ਉਸ ਦਾ ਘਰ ਭਾਰਤ ਵਿੱਚ ਹੋਵੇ ਜਾਂ ਕਿਸੇ ਬਾਹਰਲੀ ਕੰਟਰੀ ਦੇ ਵਿੱਚ। ਤੇ ਅਸੀਂ ਜਦੋਂ ਕੋਈ ਦੂਜੀ ਭਾਸ਼ਾ ਨੂੰ ਬੋਲਦੇ ਤਾਂ ਸਾਡਾ 15 ਮਿੰਟਾਂ ਵਿੱਚ ਮੂੰਹ ਦੁਖਣ ਲੱਗ ਜਾਂਦਾ ਹੈ, ਜਦ ਕਿ ਅਸੀਂ ਆਪਣੀ ਮਾਂ ਬੋਲੀ ਵਿੱਚ ਸਾਰਾ ਦਿਨ ਬੋਲਦੇ ਨਹੀਂ ਥੱਕਦੇ। ਇਹ ਫਰਕ ਹੁੰਦਾ ਹੈ ਮਾਂ ਬੋਲੀ ਤੇ ਰੋਜ਼ਗਾਰ ਬੋਲੀ ਵਿੱਚ। ਜਿੰਨੇ ਵੀ ਕੋਈ ਲੋਕ ਭਾਸ਼ਾਵਾਂ ਦੇ ਵਿੱਚ ਕੌਨਫੀਡੈਂਟ ਨੇ ਉਹ ਆਪਣੇ ਰਾਸਤੇ ਖੁਦ ਬਣਾ ਲੈਂਦੇ ਨੇ ਤੇ ਉਹਨਾਂ ਨੂੰ ਰੋਜ਼ਗਾਰ ਦੀ ਕੋਈ ਘਾਟ ਨਹੀਂ ਹੁੰਦੀ। ਸੋ ਇਹਨਾਂ ਦੀ ਕਹਿਣ ਦਾ ਭਾਵ ਇਹ ਹੈ ਕਿ ਭਾਸ਼ਾਵਾਂ ਵੱਧ ਤੋਂ ਵੱਧ ਸਿੱਖਣੀਆਂ ਚਾਹੀਦੀਆਂ ਨੇ, ਤਾਂ ਹੀ ਸਾਡੀ ਆਪਣੀ ਭਾਸ਼ਾ ਵੱਧ ਪ੍ਰਫੁੱਲਤ ਹੋਵੇਗੀ। ਤੇ ਜੇਕਰ ਤੁਸੀਂ 2-3 ਭਾਸ਼ਾ ਹੋਰ ਬੋਲ ਲੈਂਦੇ ਹੋ ਤਾਂ ਤੁਹਾਨੂੰ ਆਪਣੇ ਆਪ ਤੇ ਮਾਣ ਹੋਵੇਗਾ ਕਿ ਤੁਹਾਨੂੰ ਪੰਜਾਬੀ ਵੀ ਆਉਂਦੀ ਹੈ ਇਹਨਾਂ ਭਾਸ਼ਾਵਾਂ ਦੇ ਨਾਲ, ਕਿਉਂਕਿ ਬਾਕੀ ਭਾਸ਼ਾਵਾਂ ਬਹੁਤ ਜ਼ਿਆਦਾ ਸੌਖੀਆਂ ਨੇ। ਪੰਜਾਬੀ ਸਿੱਖਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ।
ਸੋ ਲਾਸਟ ਵਿੱਚ ਤੁਹਾਨੂੰ ਦੱਸ ਦਈਏ ਕਿ Amazon ਪ੍ਰਾਈਮ ਡੇ ਸੇਲ ਸ਼ੁਰੂ ਹੋ ਰਹੀ ਹੈ 26 ਤੋਂ 27 ਜੁਲਾਈ ਤੱਕ ਤੇ ਇਸ ਵਿੱਚ ਤੁਹਾਨੂੰ 80% ਤੱਕ ਆਫ ਤੇ ਹੋਰ ਜ਼ਬਰਦਸਤ ਡੀਲਾਂ। ਸੋ ਕੈਸ਼ ਕਰੋ ਰਾਹੀਂ ਸ਼ਾਪਿੰਗ ਕਰਨਾ ਨਾ ਭੁੱਲਿਓ ਤੇ ਜ਼ਬਰਦਸਤ ਕੈਸ਼ਬੈਕ ਕਮਾਉਣਾ ਵੀ ਨਾ ਭੁੱਲਿਓ। ਸੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਹ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ। ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਇੰਸਟਾਗ੍ਰam ਤੇ ਫੋਲੋ ਜਰੂਰ ਕਰਿਓ, ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜਰੂਰ ਦੱਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।